तिस अंतर रवै हर नामा बाणी गुरु गुरु है बाणी विच बाणी अमृत सारे गुर बाणी कहे सेवक जन मानै परतख गुरु निस्तारै बाणी बिरलो विचार सी जे को गुरमुख होए एह बाणी महापुरख की निज कर वासा होए मारू महल्ला तीजा काया कंचन शब्द विचारा तिथै हर वसै जिसदा अंत न पारा वारा अन दिन हर सिवे हो सच्ची बाणी हर जियो शब्द मिलाएंदा हर चेत तिन बलिहार जाऊं गुर के शब्द तिन मेल मिलाऊं तिन की तूर लाई मुख मस्तक सत संगत बह गुण गाएंदा हर के गुण गावा जे हर प्रभ पावा अंतर हर नाम शब्द सुहावा गुर बाणी चौह कुंडी सुनिए सच नाम समाएंदा सो जन साच जे अंतर पाले गुर कै शब्द हर नदर निहाले ज्ञान अंजन पाए गुर शब्दी नदरी नदर मिलाएंदा वड्डे भाग एह शरीर पाया मानस जन्म शब्द चित लाया बिन शब्द सब अंध अंधेरा गुरमुख किसै बुझाएंदा इक कित आए जन्म गवाए मन मुख लागे दूजै पाए एह वेला फिर हाथ न आवे
ਭਾਗ ਖਿਸਿਐ ਪਛਤਾਇਂਦਾ। ਗੁਰ ਕੈ ਸ਼ਬਦ ਪਵਿੱਤਰ ਸਰੀਰਾ, ਤਿਸ ਵਿੱਚ ਵਸੈ ਸਚ ਗੁਣੀ ਗਹੀਰਾ। ਸਚੋ ਸਚ ਵੇਖੈ ਸਭ ਥਾਈ, ਸਚ ਸੁਣ ਮਨ ਵਸਾਇਂਦਾ। ਹਉਮੈ ਗਣਤ ਗੁਰ ਸ਼ਬਦ ਨਿਵਾਰੇ। ਹਰ ਜੀਉ ਹਿਰਦੈ ਰਖੋ ਉਰ ਧਾਰੇ। ਗੁਰ ਕੈ ਸ਼ਬਦ ਸਦਾ ਸਲਾਹੇ। ਮਿਲ ਸਾਚੇ ਸੁਖ ਪਾਇਂਦਾ। ਹਉਮੈ ਗਣਤ ਗੁਰ ਸ਼ਬਦ ਨਿਵਾਰੇ। ਹਰ ਜੀਉ ਹਿਰਦੈ ਰਖੋ ਉਰ ਧਾਰੇ। ਗੁਰ ਕੈ ਸ਼ਬਦ ਸਦਾ ਸਲਾਹੇ। ਮਿਲ ਸਾਚੇ ਸੁਖ ਪਾਇਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਦੇ 16 ਬੰਦ ਹਨ। ਪਹਿਲੇ 8 ਪਦਿਆਂ ਦੇ ਵਿਚਾਰ ਭਾਈ ਓਂਕਾਰ ਸਿੰਘ ਜੀ ਦਮਦਮੀ ਟਕਸਾਲ ਜੋ ਪਿੰਡ ਰੋਡੇ ਤੋਂ ਉਚੇਚੇ ਤੌਰ ਤੇ ਸਾਡੇ ਪਾਸ ਆਏ ਹਨ, ਆਪ ਜੀ ਨੂੰ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੀਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਪ੍ਰਧਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ
ਕਰੀ ਵਖਿਆਨ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਨੈ, ਜੋ ਕਾਲ ਕਿਰਪਾ ਕਰਾਏ। ਅੰਧ ਲਖੈ ਬਦਰੁ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਾਰੂ ਮਹਲਾ ਤੀਜਾ। ਕਾਇਆ ਕੰਚਨ ਸ਼ਬਦ ਵਿਚਾਰਾ, ਤਿੱਥੈ ਹਰ ਵਸੈ ਜਿਸ ਦਾ ਅੰਤ ਨਾ ਪਾਰਾਵਾਰਾ। ਅਨ ਦਿਨ ਹਰ ਸੇਵਿਓ ਸੱਚੀ ਬਾਣੀ, ਹਰ ਜੀਉ ਸ਼ਬਦ ਮਿਲਾਏ ਦਾ। ਕਾਇਆ ਕੰਚਨ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਆਲਮ ਗਿਆਨ ਸਰੂਪ, ਚਵਰ ਛਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ, ਧੰਨ ਧੰਨ ਆਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਦੇ ਮਹਾਵਾਕਾਂ ਅਨੁਸਾਰ ਬਾਲਾ ਪ੍ਰੀਤਮ ਧੰਨ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਸ਼੍ਰੀ ਆਸਾ ਜੀ ਕੀ ਵਾਰ ਦਾ ਹਰ ਜਸ ਕੀਰਤਨ ਗੁਰੂ ਸ਼ਬਦ ਦੀਆਂ ਨੇਮੀ ਪ੍ਰੇਮੀ ਗੁਰਸਿੱਖ ਸੰਗਤਾਂ ਨੇ ਸਰਵਣ ਕੀਤਾ ਹੈ। ਉਪਰੰਤ ਸਭ ਸੇ ਉਪਰ ਗੁਰ ਸ਼ਬਦ ਵਿਚਾਰ ਦੇ ਮਹਾਵਾਕਾਂ ਅਨੁਸਾਰ ਸਤਿਗੁਰਾਂ ਦੇ ਇਸ ਪਾਵਨ ਪਵਿੱਤਰ ਅਸਥਾਨਾਂ ਤੇ ਜੋ ਤੁਰਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰਦੇ ਹੋ, ਗੁਰੂ ਸ਼ਬਦ ਦੀ ਵਿਚਾਰ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਸੇਵਾ ਦੀ ਮੂਰਤ, ਵਿਨਿਮਰਤਾ ਦੇ ਪੁੰਜ, ਤੀਸਰੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ
1064 ਅੰਗ ਤੇ ਵਿਦਮਾਨ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਜੋ ਗਿਆਨਾਤਮਕ ਉਪਦੇਸ਼ ਇਸ ਜੀਵਨ ਦਾ ਕਲਿਆਣਕਾਰੀ ਉਪਦੇਸ਼ ਜਿਸ ਤਰ੍ਹਾਂ ਆਪਾਂ ਨੂੰ ਬਖਸ਼ਿਸ਼ ਕਰਦੇ ਨੇ, ਆਓ ਸਤਿਗੁਰਾਂ ਦੇ ਸਨਮੁਖ ਸੰਗਤ ਰੂਪ ਵਿੱਚ ਹਾਜ਼ਰੀ ਭਰਦਿਆਂ ਹੋਇਆ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਸਤ ਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਾਰੂ ਮਹਲਾ ਤੀਜਾ। ਕਾਇਆ ਕੰਚਨ ਸ਼ਬਦ ਵਿਚਾਰਾ। ਮਾਰੂ ਮਹੱਲਾ ਤੀਜਾ। ਮਾਰੂ ਸਾਧ ਸੰਗਤ ਜੀ ਰਾਗ ਦਾ ਨਾਮ ਹੈ। ਮਹੱਲਾ ਤੀਜਾ ਮਹੱਲੇ ਤੋਂ ਭਾਵ ਹੈ ਗੁਰੂ ਸਾਹਿਬ, ਕਿਉਂਕਿ ਮਹੱਲਾ ਸ਼ਬਦ ਦਾ ਜੋ ਮੂਲ ਹੈ ਉਹ ਮਹੱਲ ਹੈ। ਮਹੱਲ ਕਹਿੰਦੇ ਨੇ ਆਵੰਤਰਣ ਦਾ ਅਸਥਾਨ। ਮਹੱਲ ਉਸ ਥਾਂ ਨੂੰ ਕਹਿੰਦੇ ਨੇ ਜਿੱਥੇ ਕੋਈ ਗੈਬੀ, ਕੋਈ ਇਲਾਹੀ ਇਲਹਾਮ ਉਤਰਦਾ ਹੈ। ਉਸ ਅਸਥਾਨ ਨੂੰ ਅਰਬੀ ਦੇ ਵਿਦਵਾਨਾਂ ਨੇ ਮਹੱਲ ਕਿਹਾ। ਤੋ ਮਹੱਲ ਤੋਂ ਸ਼ਬਦ ਬਣਿਆ ਮਹੱਲਾ। ਮਹੱਲੇ ਤੋਂ ਭਾਵ ਹੈ ਗੁਰੂ ਸਾਹਿਬ। ਔਰ ਸਾਧ ਸੰਗਤ ਜੀ ਇਹ ਯਾਦ ਰੱਖਣਾ ਕਿ ਜਦੋਂ ਵੀ ਆਪਾਂ ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਤੋਂ, ਪਾਠੀ ਸਿੰਘਾਂ ਦੀ ਰਸਨਾ ਤੋਂ ਇਹ ਸ਼ਬਦ ਸੁਣੀਏ ਮਹੱਲਾ ਪਹਿਲਾ, तो समझ लेना पहले महल्ले पहले पातशाह श्री गुरु नानक देव सच्चे पातशाह जियां दी बाणी है। जदों असीं ये सुनिए महल्ला दूजा, समझ लेना दूसरे पातशाह श्री गुरु अंगद देव महाराज जियां दा अमृत बचन है। इसी तरह आपां सरवण कीता है महल्ला तीजा, तो भाव सेवा दी मूरत तीसरे पातशाह श्री गुरु अमरदास महाराज जियां दा ये पावन शब्द है। सतगुरु श्री गुरु अमरदास महाराज सच्चे पातशाह जी इस शब्द के आरंभ विच बख्शिश करते ने काया कंचन। काया दा अर्थ है देही, ये शरीर। कंचन सोने नूं कहंदे ने। महाराज कहंदे काया कंचन, इस मनुख दी देही, इस मनुख दा शरीर सोने वर्गा बन जाता है। हालांकि गुरबाणी नूं जदों आपां विचारदे हां तो सतगुरां दे बचन ने मज्जा रुधिर दुर्गंधा नानक अथ गरबेन अज्ञानड़ो। कहंदे तेरा शरीर मज्जा मिज दा बनिया होया है, रुधिर लहू दा बनिया होया है, दुर्गंधा दुर्गंधी दा भरिया होया है। पर ऐसा शरीर भी महाराज कहंदे कंचन सोना बन जाता है। कंचन तो भाव है पवित्रता, बड़ा पवित्र हो जाता है, शुद्ध हो जाता है। किमें? हजूर कहंदे शब्द विचारा। जदों शब्द दी विचार करिए, क्योंकि सतगुरां ने आपां नूं शब्द दी विचार नाल भी जुड़न दा हुक्म दिता है। बड़ी कृपा कीती है। हजूर दे बचन ने
कोई गावे को सुनै कोई करे विचार, को उपदेसै को दृढ़ै तिसका होए उधार। गुरु दी बाणी नूं गाउण नाल भी, गुरु दी बाणी नूं पढ़न नाल भी, गुरु दी बाणी नूं विचारन नाल भी उधार हो जांदा है। जिथे पढ़न दा उपदेश है उथे गाउण दा उपदेश है। जे गाउणा है महाराज कहंदे विचारना भी है। तो शब्द दी विचार दा उपदेश अक्सर सतगुरु जी सानू बख्शिश करदे ने। गुरबाणी दी विचार तो और साडी इतिहास तो इस गल दा सानू भली भांत ज्ञान हो जाता है। श्री गुरु अमरदास पातशाह महाराज जियां दे चरणां च 4 गुरु के सिख आए ने, जिन्हां दा जिक्र सिख पंथ दे महान विद्वान भाई साहिब भाई संतोख सिंह साहब जियां ने कीता है। कहंदे 4 सिख गुरु अमरदास पातशाह जियां दी शरण विच आए। उन्हां दा नाम इतिहास विच लिखिया होया है। उग्र सैन अर रामू दीपा आई नगौरी गुरु समीपा। समीप मैना नेड़े, गुरु चरणा च आए भाई उग्र सैन, भाई रामू जी, भाई दीपा जी अते भाई नगौरी जी। 4 गुरु के सिखां दा नाम है। उग्र सैन अर रामू दीपा आए नगौरी गुरु समीपा। सतगुरां दे सन्मुख आके बेनती कीती, सच्चे पातशाह जी कोई ऐसा उपदेश दिओ जिस करके साडा जीवन सफल हो जाए, साडा जन्म मरण कटिया जाए, किरपा करो। तो उस वेले धन गुरु श्री गुरु अमरदास पातशाह जियां ने जो बचन कहे वो साडी इतिहास विच अंकित ने। हजूर कहन लगे अमृत वेला करो स्नान, गुर को शब्द पठो कर ध्यान। महाराज कहंदे भाई सिखो सब तो पहला कर्म यह है कि अमृत वेले जागना। अमृत वेला सच नाओ वड्याई विचार। अमृत वेले जागना, अमृत वेला करो स्नान, गुरु को शब्द पठो। महाराज कहंदे फिर गुरु दे शब्द नूं पढ़ना है। ते नाल एक शर्त रखी, कहंदे गुरु को शब्द पठो कर ध्यान। ध्यान एकाग्र करके, एकाग्रता नाल। कलगीधर जियां दे बचन ने एक चित जे एक छिन ध्यायो, काल फास के बीच न आयो। श्री गुरु दसम ग्रंथ साहिब दी अमृत बाणी है। महाराज कहंदे अमृत वेला करो स्नान, गुरु को शब्द पठो कर ध्यान। फिर महाराज कहंदे जो भी शब्द पढ़ना है गुरु को शब्द विचारण करियो, अर्थ सुनो के निर्णय तरियो। फिर कहंदे जो पढ़िया है इसनों सुनना भी है, जो सुनिया है इसनों विचारना है। अज दा जो ये पावन उपदेश हजूर फरमा रहे ने तो बख्शिश करते ने काया कंचन शब्द विचारा। विचार बड़ी जरूरी है। तो गुरु के सिखा ने बेनती की महाराज असी संसारी हाँ, किरत विरत करन वाले हाँ, किरपा करो किन्ना क समा विचार करनी है। तो सच्चे पातशाह कहन लगे सिर्फ 4 घड़ियां अज दे समय दे मुताबिक 24 मिनटां दी एक घड़ी हुंदी है। साध संगत जी महाराज कहंदे 4 घड़ियां शब्द दी विचार जरूर करनी है। सिख बड़े हैरान होए, अंदरों बड़े प्रसन्न होए कि सतगुरां दी किड्डी किरपा हुई है।
ਕਿ 4 ਘੜੀਆਂ ਸੰਗਤ ਕਰੀਏ, 4 ਘੜੀਆਂ ਗੁਰੂ ਸ਼ਬਦ ਨੂੰ ਵਿਚਾਰੀਏ ਤੇ ਜੀਵਨ ਸਫਲ ਹੋ ਜਾਏਗਾ। ਮਹਾਰਾਜ ਕਹਿੰਦੇ ਹਾਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ ਸਾਧ ਸੰਗਤ ਜੀ ਫਿਰ ਬੜੀ ਸੁੰਦਰ ਉਦਾਹਰਣ ਦੇ ਕੇ, ਬੜੀ ਸਰਲ ਉਦਾਹਰਣ ਦੇ ਕੇ ਸਮਝਾ ਵੀ ਦਿੱਤਾ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਇੱਕ ਸਲਿਤਾ ਦੇਖਦੇ, ਇੱਕ ਨਦੀ ਦੇਖਦੇ ਆ ਨਾ, ਸਲਿਤਾ ਮੈਂ ਨੌਕਾ ਬਹੁ ਭਰੀਅਤ, ਨੌਕਾ ਨਾਮ ਬੇੜੀ ਦਾ। ਮਹਾਰਾਜ ਕਹਿੰਦੇ ਭਾਈ ਸਿੱਖੋ ਕਦੇ ਨਦੀ ਵਿੱਚ ਚੱਲਦੀ ਹੋਈ ਬੇੜੀ ਦੇਖੀ ਹੈ? ਕਹਿਣ ਲੱਗੇ ਮਹਾਰਾਜ ਹਾਂ ਦੇਖੀ ਹੈ। ਤੁਮਾਰਾ ਕਹਿੰਦੇ ਸਲਤਾ ਮੈਂ ਨੌਕਾ ਬਹੁ ਭਰੀਅਤ, ਚਤੁਰੰਗਲ ਜਲ ਵਹਿਰ ਨਿਹਰੀਅਤ। ਕਹਿੰਦੇ ਤੁਸੀਂ ਦੇਖਿਆ ਹੈ ਕਿ ਨਦੀ ਦੇ ਵਿੱਚ ਸਾਰੀ ਬੇੜੀ ਡੁੱਬੀ ਹੋਈ ਹੈ, ਸਿਰਫ 4 ਉਂਗਲਾਂ ਨਦੀ ਤੋਂ ਬਾਹਰ ਹੈ, 4 ਉਂਗਲਾਂ ਪਾਣੀ ਤੋਂ ਉੱਪਰ ਹੈ, ਬਾਕੀ ਸਾਰੀ ਬੇੜੀ ਪਾਣੀ ਵਿੱਚ ਡੁੱਬੀ ਹੋਈ ਹੈ, 4 ਉਂਗਲਾਂ ਬਾਹਰ ਹੈ। ਤਾਂ ਮਹਾਰਾਜ ਕਹਿੰਦੇ ਉਹਨਾਂ 4 ਉਂਗਲਾਂ ਦੇ ਆਸਰੇ ਬੇੜੀ ਪਾਰ ਹੋ ਜਾਂਦੀ ਹੈ। ਜੇ ਉਹ 4 ਉਂਗਲਾਂ ਵੀ ਡੁੱਬ ਜਾਏ ਫਿਰ ਪਾਰ ਨਹੀਂ ਹੋਏਗੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨਿਸ ਦਿਨ ਕਰੋ ਧਰਮ ਕੀ ਕਿਰਤ, ਚਤੁਰ ਘਟੀ ਦੇਹੋ ਗੁਰ ਮੈਂ ਬਿਰਤ। ਮਹਾਰਾਜ ਕਹਿੰਦੇ ਦਿਨ ਰਾਤ 10 ਨੋਹਾਂ ਦੀ ਕਿਰਤ ਕਮਾਈ ਕਰੋ, ਦਿਨ ਰਾਤ ਆਪਣੇ ਕੰਮ ਧੰਦੇ ਕਰੋ, ਕੋਈ ਰੋਕ ਨਹੀਂ ਹੈ। ਬਸ ਕਹਿੰਦੇ 4 ਘੜੀਆਂ ਸ਼ਬਦ ਦੀ ਵਿਚਾਰ ਵਾਸਤੇ, ਸ਼ਬਦ ਨੂੰ ਪੜ੍ਹਨ ਵਾਸਤੇ, ਸ਼ਬਦ ਨੂੰ ਸੁਣਨ ਵਾਸਤੇ ਜ਼ਰੂਰ ਕੱਢੋ। ਇਹ 4 ਘੜੀਆਂ ਹੀ ਜਿਵੇਂ 4 ਉਂਗਲਾਂ ਬੇੜੀ ਦੀਆਂ ਬੇੜੀ ਨੂੰ ਪਾਰ ਲੈ ਜਾਂਦੀਆਂ ਨੇ, 4 ਉਂਗਲਾਂ ਬੇੜੀ ਪਾਣੀ ਤੋਂ ਉੱਪਰ ਹੈ, ਇਉਂ ਕਹਿੰਦੇ ਦਿਨ ਰਾਤ ਭਾਵੇਂ ਕੰਮ ਧੰਦੇ ਕਰੋ, 4 ਘੜੀਆਂ ਜੇ ਸੰਗਤ ਵਿੱਚ ਹਾਜ਼ਰੀ ਭਰਾਂਗੇ ਤੁਮਾਰਾ ਕਹਿੰਦੇ ਉਸ ਵਾਹਿਗੁਰੂ ਦਾ ਮਿਲਾਪ ਹੋਏਗਾ, ਇਹ ਜੀਵਨ ਸਫਲ ਹੋਏਗਾ। ਇਹ ਸ਼ਬਦ ਦੀ ਵਿਚਾਰ ਦੀ ਮਹਾਨਤਾ। ਤੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੀ ਆਰੰਭਲੀ ਪੰਕਤੀ ਅੰਦਰ ਫਰਮਾਉਂਦੇ ਹਨ, ਕਾਇਆ ਕੰਚਨ ਸ਼ਬਦ ਵਿਚਾਰਾ। ਕਹਿੰਦੇ ਕਾਇਆ ਕੰਚਨ, ਇਹ ਕਾਇਆ ਇਹ ਦੇਹੀ ਕੰਚਨ ਵਰਗੀ ਬਣ ਜਾਏਗੀ, ਸ਼ੁੱਧ ਸੋਨੇ ਵਰਗੀ ਬਣ ਜਾਏਗੀ ਜੇ ਸ਼ਬਦ ਦੀ ਵਿਚਾਰ ਕਰੇਗਾ, ਸ਼ਬਦ ਦੀ ਵਿਚਾਰ ਨੂੰ ਸੁਣੇਗਾ। ਹਰ ਵਸੈ ਜਿਸ ਦਾ ਅੰਤ ਨਾ ਪਾਰਾਵਾਰਾ। ਕਹਿੰਦੇ ਫਿਰ ਤਿੱਥੈ ਨਾਮ ਉਸ ਅਸਥਾਨ ਤੇ ਜਿੱਥੇ ਸ਼ਬਦ ਦੀ ਵਿਚਾਰ ਹੋ ਰਹੀ ਹੈ, ਜਿਸ ਹਿਰਦੇ ਵਿੱਚ, ਜਿਸ ਅੰਤਸ਼ਕਰਨ ਅੰਦਰ ਉਸ ਵਾਹਿਗੁਰੂ ਦੇ ਸ਼ਬਦ ਦੀ ਵਿਚਾਰ ਹੋ ਰਹੀ ਹੈ, ਉੱਥੇ ਕਹਿੰਦੇ ਫਿਰ ਉਸ ਹਰੀ ਪ੍ਰਮਾਤਮਾ ਦਾ ਵਾਸਾ ਹੋ ਜਾਂਦਾ ਹੈ। ਸਾਧ ਸੰਗਤ ਜੀ ਇੱਥੇ ਇੱਕ ਸ਼ੰਕਾ ਵੀ ਪੈਦਾ ਹੁੰਦਾ ਹੈ। ਮਹਾਰਾਜ ਕਹਿੰਦੇ ਜਦੋਂ ਸ਼ਬਦ ਦੀ ਵਿਚਾਰ ਕਰੇਗਾ ਤੇਰੇ ਹਿਰਦੇ 'ਚ ਵਾਹਿਗੁਰੂ ਦਾ ਵਾਸਾ ਹੋ ਜਾਏਗਾ। ਤੋ ਇੱਥੇ ਕਈ ਵਾਰੀ ਮਨ ਵਿੱਚ ਖਿਆਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਇਹ ਕਹਿ ਰਹੀ ਹੈ ਕਿ ਪ੍ਰਮਾਤਮਾ ਦਾ ਵਾਸਾ ਤਾਂ ਸਾਰੇ ਥਾਵਾਂ ਤੇ ਹੀ ਹੈ, ਉਹ ਤਾਂ ਰੱਬ ਤਾਂ ਸਾਰਿਆਂ ਵਿੱਚ ਹੀ ਵਸਦਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਦੋਂ ਸ਼ਬਦ ਦੀ ਵਿਚਾਰ ਕਰੇਗਾ ਫਿਰ ਹਿਰਦੇ 'ਚ ਵਸੇਗਾ। ਇੱਥੇ ਬੜਾ ਸੂਖਸ਼ਮ ਜਿਹਾ ਭੇਦ ਹੈ। ਇੱਕ ਬੜੇ ਵਿਦਵਾਨ ਮਹਾਪੁਰਸ਼ ਹੋਏ ਨੇ ਪੰਡਿਤ ਹਰਦਿਆਲ, ਉਹਨਾਂ ਨੇ ਵਿਦਾਂਤ ਦੇ ਕਈ ਗ੍ਰੰਥ ਲਿਖੇ ਨੇ। ਜਦੋਂ ਮਹਾਪੁਰਖ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਕਥਾ ਅਰਥ ਪੜ੍ਹਾਉਂਦੇ ਨੇ, ਉਹਨਾਂ ਵਿਦਵਾਨਾਂ ਦੀਆਂ ਲਿਖਤਾਂ, ਉਹਨਾਂ ਵਿਦਵਾਨਾਂ ਦੇ ਗ੍ਰੰਥ ਵੀ ਪੜ੍ਹਾਏ ਜਾਂਦੇ। ਤਾਂ ਉਹਨਾਂ ਦਾ ਲਿਖਿਆ ਹੋਇਆ ਇੱਕ ਗ੍ਰੰਥ ਹੈ ਸਾਰ ਕੁਤਾਵਲੀ। ਉਸ ਦਾ ਪਹਿਲਾ ਸ਼ਲੋਕ ਹੈ ਸ਼੍ਰੀ ਪਦ ਪ੍ਰਿਥਮ ਨਮਾਮ ਮਮ ਯੋਗੀ ਹਿਰਦੈ ਨਿਵਾਸ, ਭੋਗੀ ਹਿਰਦੈ ਉਦਾਸ ਜੋ ਵੈ ਮਮ ਸੁਮਤ ਪ੍ਰਕਾਸ਼। ਕਹਿੰਦੇ ਭਾਵੇਂ ਉਹ ਪ੍ਰਮਾਤਮਾ ਸਭ ਥਾਵਾਂ ਤੇ ਵਿਆਪਕ ਹੈ, ਪਰ ਕਹਿੰਦੇ ਯੋਗੀਆਂ ਦੇ ਹਿਰਦੇ 'ਚ, ਜੁੜਿਆਂ ਹੋਇਆਂ ਦੇ ਹਿਰਦੇ 'ਚ ਉਹਦਾ ਪ੍ਰਕਾਸ਼ ਹੈ, ਭੋਗੀਆਂ ਦੇ ਹਿਰਦੇ 'ਚ ਉਹ ਉਦਾਸ ਹੈ ਤਾਂ ਸਹੀ,
ਹੈ ਤਾਂ ਸਭ ਥਾਵਾਂ ਤੇ, ਪਰ ਜਿਹੜੇ ਨਾਸਤਿਕ ਲੋਕ ਨੇ, ਭੋਗੀ ਲੋਕ ਨੇ, ਪਦਾਰਥਵਾਦੀ ਲੋਕ ਨੇ, ਉਹਨਾਂ ਦੇ ਅੰਦਰ ਉਸ ਵਾਹਿਗੁਰੂ ਦਾ ਪ੍ਰਕਾਸ਼ ਨਹੀਂ ਹੈ। ਜਿਹੜੇ ਜੁੜੇ ਹੋਏ ਨੇ ਉਹਨਾਂ ਅੰਦਰ ਉਸ ਦਾ ਪ੍ਰਕਾਸ਼ ਹੈ। ਬਸ ਕਹਿੰਦੇ ਇੰਨਾ ਕੁ ਭੇਦ ਹੈ। ਹਜ਼ੂਰ ਕਹਿੰਦੇ ਨੇ ਤਿੱਥੈ ਹਰਿ ਵਸੈ, ਉਸ ਹਿਰਦੇ ਅੰਦਰ ਹਰੀ ਪ੍ਰਮਾਤਮਾ ਦਾ ਵਾਸਾ ਹੋ ਜਾਂਦਾ ਹੈ। ਜਿੱਥੇ ਸ਼ਬਦ ਦੀ ਵਿਚਾਰ ਹੈ, ਉਹ ਹਰੀ ਪ੍ਰਮਾਤਮਾ ਕੈਸਾ ਹੈ, ਜਿਸ ਦਾ ਅੰਤ ਨਾ ਪਾਰਾਵਾਰਾ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦਾ ਉਰਵਾਰ ਪਾਰ ਨਹੀਂ ਹੈ। ਆਨ ਦਿਨ ਹਰ ਸੇਵਿਓ ਸੱਚੀ ਬਾਣੀ, ਹਰ ਜੀਉ ਸ਼ਬਦ ਮਿਲਾਏ ਦਾ। ਇਸ ਤਰ੍ਹਾਂ ਹਜ਼ੂਰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ। ਅਨ ਦਿਨ ਹਰ ਸੇਵਿਓ ਸੱਚੀ ਬਾਣੀ। ਅਨ ਦਿਨ ਦਾ ਅਰਥ ਹੈ ਦਿਨ ਰਾਤ। ਕਹਿੰਦੇ ਦਿਨ ਰਾਤ ਉਸ ਸੱਚੀ ਬਾਣੀ ਨੂੰ ਸੇਵੋ। ਸੇਵ ਦੇ ਕਈ ਅਰਥ ਨੇ ਸਾਧ ਸੰਗਤ ਜੀ। ਸੇਵ ਦਾ ਅਰਥ ਪੂਜਣਾ ਵੀ ਹੁੰਦਾ ਹੈ, ਸੇਵ ਦਾ ਅਰਥ ਜਪਣਾ ਵੀ ਹੁੰਦਾ ਹੈ, ਸੇਵ ਦਾ ਅਰਥ ਆਰਾਧਨਾ ਵੀ ਹੁੰਦਾ ਹੈ, ਸੇਵ ਦਾ ਅਰਥ ਸੇਵਾ ਕਰਨੀ ਵੀ ਹੁੰਦਾ ਹੈ। ਤੋ ਇੱਥੇ ਮਹਾਰਾਜ ਕਹਿੰਦੇ ਅਨ ਦਿਨ ਹਰ ਸੇਵਿਓ ਸੱਚੀ ਬਾਣੀ। ਸੱਚੀ ਬਾਣੀ ਨੂੰ ਦਿਨ ਰਾਤ ਸੇਵੋ, ਭਾਵ ਜਪੋ, ਸੱਚੀ ਬਾਣੀ ਦੀ ਆਰਾਧਨਾ ਕਰੋ। ਫਿਰ ਕਹਿੰਦੇ ਹਰ ਜੀਉ ਸ਼ਬਦ ਮਿਲਾਏ ਦਾ। ਉਹ ਹਰੀ ਪ੍ਰਮਾਤਮਾ ਵਾਹਿਗੁਰੂ ਗੁਰੂ ਦੇ ਸ਼ਬਦ ਦੁਆਰਾ ਆਪਣੇ ਨਾਲ ਮਿਲਾ ਲੈਂਦਾ ਹੈ। ਹਰ ਚਿਤ ਹੈ ਤਿਨ ਬਲਿਹਾਰੈ ਜਾਓ। ਸਤਿਗੁਰੂ ਜੀ ਬੜੀ ਵਡਿਆਈ ਬਖਸ਼ਿਸ਼ ਕਰ ਰਹੇ ਨੇ ਜਿਹੜੇ ਉਸ ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਜਪਦੇ ਨੇ। ਕਿਉਂਕਿ ਜਪ ਦੀ ਬੜੀ ਮਹਾਨਤਾ ਹੈ ਸਿੱਖ ਜਗਤ ਅੰਦਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸਭ ਤੋਂ ਪਹਿਲੀ ਬਾਣੀ ਦਾ ਨਾਮ ਹੀ ਜਪ ਰੱਖਿਆ ਹੈ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪਹਿਲੀ ਬਾਣੀ ਦਾ ਨਾਮ ਹੀ ਜਾਪ ਰੱਖਿਆ ਹੈ। ਬਸ ਕਹਿੰਦੇ ਜਪ ਜਾਪ, ਜਾਪ ਜਪ, ਦੋਹਾਂ ਦਾ ਕਿੰਨਾ ਸੁਮੇਲ ਹੈ। ਸੋ ਕਹਿੰਦੇ ਇਹ ਜਪ ਵਾਸਤੇ ਜੀਵਨ ਮਿਲਿਆ ਹੈ। ਹਜ਼ੂਰ ਕਹਿੰਦੇ ਨੇ ਅਨ ਦਿਨ ਹਰ ਸੇਵਹੁ, ਦਿਨ ਰਾਤ ਹਰੀ ਨੂੰ ਸੇਵੋ, ਬਾਣੀ ਨੂੰ ਜਪੋ। ਔਰ ਜਿਹੜੇ ਜਪਦੇ ਨੇ ਹਰ ਚੇਤ ਹੈ ਤਿਨ ਬਲਿਹਾਰੈ ਜਾਓ। ਜਿਹੜੇ ਹਰੀ ਨੂੰ ਚੇਤਦੇ ਨੇ, ਹਰੀ ਦੀ ਆਰਾਧਨਾ ਕਰਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਗੁਰ ਕਾ ਸ਼ਬਦ ਤਿਨ ਮੇਲ ਮਿਲਾਓ। ਗੁਰੂ ਦੇ ਸ਼ਬਦ ਦੁਆਰਾ ਤਿੰਨ ਮੇਲ ਮਿਲਾਓ। ਮੈਂ ਉਹਨਾਂ ਦੇ ਮੇਲ ਵਿੱਚ ਮਿਲਦਾ ਹਾਂ, ਉਹਨਾਂ ਨਾਮ ਜਪਣ ਵਾਲੀਆਂ ਦੀ ਸੰਗਤ ਵਿੱਚ ਬੈਠਦਾ ਹਾਂ। ਮੈਂ ਉਹਨਾਂ ਦੀ ਸੰਗਤ ਲੋੜਦਾ ਹਾਂ ਜੋ ਸਿਰਫ ਤੇ ਸਿਰਫ ਸ਼ਬਦ ਦੀ ਵਿਚਾਰ ਨਾਲ ਜੁੜੇ ਹੋਏ ਨੇ। ਤੈਨ ਕੀ ਧੂਰ ਲਾਈ ਮੁਖ ਮਸਤਕ, ਸਤ ਸੰਗਤ ਬਹਿ ਗੁਣ ਗਾਏ ਦਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਤਿੰਨ ਕੀ ਧੂਰ। ਕਹਿੰਦੇ ਜੋ ਨਾਮ ਜਪਣ ਵਾਲੇ ਨੇ, ਬੰਦਗੀ ਕਰਨ ਵਾਲੇ ਨੇ, ਸ਼ਬਦ ਨਾਲ ਜੁੜੇ ਹੋਏ ਨੇ, ਬਾਣੀ ਦੇ ਅਭਿਆਸੀ ਨੇ। ਸਤਿਗੁਰੂ ਜੀ ਕਹਿੰਦੇ ਨੇ ਤਿੰਨ ਕੀ ਧੂਰ, ਉਹਨਾਂ ਦੇ ਚਰਨਾਂ ਦੀ ਮਿੱਟੀ, ਉਹਨਾਂ ਦੇ ਚਰਨਾਂ ਦੀ ਖਾਕ, ਚਰਨਾਂ ਦੀ ਧੂੜ ਮੈਂ ਆਪਣੇ ਮੁਖ ਤੇ ਲਾਉਂਦਾ ਹਾਂ। ਸਾਧ ਸੰਗਤ ਜੀ ਚਰਨ ਧੂੜੀ ਦੀ ਕਿੰਨੀ ਮਹਾਨਤਾ ਮਹਾਰਾਜ ਜੀ ਨੇ ਦੱਸੀ ਹੈ। ਜਿਹੜੇ ਰੱਬ ਦੇ ਪਿਆਰੇ, ਉਹਨਾਂ ਦੇ ਚਰਨ ਕਿੰਨੇ ਪਵਿੱਤਰ। ਸਿੱਖ ਧਰਮ ਦੇ ਮਹਾਨ ਵਿਦਵਾਨ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਦਾ ਇੱਕ ਅੰਮ੍ਰਿਤ ਬਚਨ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਹੈ ਵਾਹਿਗੁਰੂ ਜੀ ਐਸੀ ਕਿਰਪਾ ਕਰੋ ਮੇਰਾ ਇਹ ਜੀਵਨ ਸਫਲ ਹੋ ਜਾਏ। ਔਰ ਮੈਂ ਆਪਣਾ ਜੀਵਨ ਸਫਲ ਤਾਂ ਸਮਝਦਾ ਹਾਂ ਜੇ ਤੇਰੀ ਬਾਣੀ ਨਾਲ ਜੁੜੇ ਹੋਇਆਂ ਦੇ ਚਰਨਾਂ ਨਾਲ ਮੈਂ ਜੁੜ ਜਾਵਾਂ। ਉਹਨਾਂ ਚਰਨਾਂ ਤੇ, ਉਹਨਾਂ ਕਦਮਾਂ ਤੇ ਆਪਣਾ ਆਪ ਕੁਰਬਾਨ ਕਰ ਦੇਵਾਂ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਕਹਿੰਦੇ ਨਖ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਨ ਕੈ ਚਰਨ ਪਰਵਾਰੀਐ।
ਨਖ ਕਹਿੰਦੇ ਨੇ ਨਾਖੂਨ, ਨਾਖੂਨ ਕਹਿੰਦੇ ਨੌ। ਸਿੱਖ ਨਾਮ ਸਿਖਾ, ਸਿਖਾ ਨਾਮ ਚੋਟੀ, ਚੋਟੀ ਨਾਮ ਸਿਰਾ। ਭਾਈ ਗੁਰਦਾਸ ਕਹਿੰਦੇ ਮੇਰੀ ਇੱਛਾ ਹੈ ਕਿ ਮੇਰੇ ਪੈਰ ਦੇ ਅੰਗੂਠੇ ਦੇ ਨਾਖੂਨ ਤੋਂ ਲੈ ਕੇ ਮੇਰੇ ਸਿਰ ਦੀ ਚੋਟੀ ਤੱਕ ਮੇਰੇ ਸਾਰੇ ਸਰੀਰ ਦੇ ਅੰਗਾਂ ਨੂੰ ਟੁਕੜੇ ਟੁਕੜੇ ਕਰਕੇ ਨਾਮ ਜਪਣ ਵਾਲਿਆਂ ਦੇ ਕਦਮਾਂ ਵਿੱਚ ਸੁੱਟ ਦਿੱਤਾ ਜਾਏ। ਮੈਂ ਸਮਝਾਂਗਾ ਮੇਰਾ ਜੀਵਨ ਸਫਲ ਹੈ। ਨਖ ਸਿੱਖ, ਪੈਰ ਦੇ ਨਾਖੂਨ ਤੋਂ ਲੈ ਕੇ ਸਿਖਾ ਤੱਕ। ਫਿਰ ਕਹਿੰਦੇ ਮੇਰੀ ਹੋਰ ਇੱਛਾ ਹੈ, ਅਗ ਨ ਜਲਾਏ ਫੁਨ ਪੀਸਨ ਪਿਸਾਈ ਤਾਹੇ, ਮੇਰੇ ਉਹਨਾਂ ਸਰੀਰ ਦੇ ਟੁਕੜਿਆਂ ਨੂੰ ਅੱਗ ਵਿੱਚ ਸਾੜ ਦਿੱਤਾ ਜਾਏ। ਉਸ ਤੋਂ ਅੱਗੇ ਕਹਿੰਦੇ ਮੇਰੇ ਉਹਨਾਂ ਸਰੀਰ ਦੇ ਟੁਕੜਿਆਂ ਦੀ ਸਵਾਹ ਨੂੰ ਚੱਕੀ ਦੇ ਵਿੱਚ ਪੀਸ ਦਿੱਤਾ ਜਾਏ। ਕਹਿੰਦੇ ਮੇਰੀ ਇੱਛਾ ਹੈ। ਦੇਖੋ ਚਰਨ ਧੂੜੀ ਦੀ ਮਹਾਨਤਾ, ਨਾਮ ਜਪਣ ਵਾਲਿਆਂ ਦੇ ਕਦਮਾਂ ਦੀ ਮਹਾਨਤਾ। ਅਗਨ ਜਲਾਏ ਫੁਨ ਪੀਸਨ ਪਿਸਾਈ ਤਾਹੇ, ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀ ਹੈ। ਫਿਰ ਮੇਰੀ ਇੱਛਾ ਹੈ ਕਿ ਹਵਾ ਦਾ ਐਸਾ ਬੁੱਲਾ ਆਵੇ, ਮੇਰੇ ਸਰੀਰ ਦੀ ਉਸ ਪੀਸੀ ਹੋਈ ਸਵਾਹ ਨੂੰ ਉਡਾ ਕੇ ਲੈ ਜਾਏ, ਮੇਰੇ ਸਰੀਰ ਦੀ ਸਵਾਹ ਹਵਾ ਵਿੱਚ ਉੱਡ ਜਾਏ। ਫਿਰ ਕਹਿੰਦੇ ਮੇਰੀ ਇੱਛਾ ਹੈ ਮੇਰੇ ਸਰੀਰ ਦੀ ਸਵਾਹ ਉਹਨਾਂ ਰਸਤਿਆਂ ਤੇ ਵਿਛ ਜਾਏ ਜਿੱਥੇ ਜਤ ਕਤ ਸਿੱਖ ਪੱਗ ਗੁਰ ਪੰਥ ਪ੍ਰਾਤ, ਤਾਹੇ ਤਾਹੇ ਚਰਨ ਮੈਂ ਭਸਮ ਕੋ ਡਾਰੀਐ। ਜਿੱਥੇ ਕਿੱਥੇ ਗੁਰੂ ਕਾ ਸਿੱਖ ਆਪਣਾ ਕਦਮ ਰੱਖੇ, ਉਹਨਾਂ ਰਾਹਾਂ 'ਚ ਉਹਨਾਂ ਰਸਤਿਆਂ 'ਚ ਮੇਰੇ ਸਰੀਰ ਦੀ ਉਸ ਸਵਾਹ ਨੂੰ ਵਿਛਾ ਦਿੱਤਾ ਜਾਏ। ਜਦੋਂ ਐਸੇ ਨਾਮ ਜਪਣ ਵਾਲਿਆਂ ਦੇ ਕਦਮ ਮੇਰੇ ਸਰੀਰ ਦੀ ਸਵਾਹ ਨੂੰ ਸਪਰਸ਼ ਕਰਨਗੇ, ਮੇਰਾ ਉਧਾਰ ਹੋ ਜਾਏਗਾ। ਤੇਹ ਪਦ ਪਾਦਕ ਚਰਨ ਲਿਵ ਲਾਗੀ ਰਹਿ, ਦੀਨ ਕੇ ਦਇਆਲ ਮੋਹਿ ਪਤਿਤ ਉਧਾਰੀ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦਾ ਚਰਨ ਇੱਕ ਮੁਰਦੇ ਦੀ ਹੱਡੀ ਨੂੰ ਛੂਹਿਆ ਹੈ। ਸਾਡੇ ਇਤਿਹਾਸ ਵਿੱਚ ਗਵਾਹੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਜਾ ਰਹੇ ਨੇ, ਉਹਨਾਂ ਦੇ ਚਰਨਾਂ ਨੂੰ ਇੱਕ ਮੁਰਦੇ ਦੀ ਹੱਡੀ ਦਾ ਸਪਰਸ਼ ਹੋਇਆ। ਕਹਿੰਦੇ ਉਸ ਮੁਰਦੇ ਨੇ, ਉਸ ਦੀ ਰੂਹ ਨੇ ਹਾਜ਼ਰ ਹੋ ਕੇ ਸਤਿਗੁਰਾਂ ਦਾ ਧੰਨਵਾਦ ਕੀਤਾ, ਮਹਾਰਾਜ ਮੇਰਾ ਕਲਿਆਣ ਹੋ ਗਿਆ, ਤੁਹਾਡੇ ਚਰਨਾਂ ਨਾਲ ਮੇਰੇ ਸਰੀਰ ਦੀ ਹੱਡੀ ਸਪਰਸ਼ ਕਰ ਗਈ ਹੈ। ਇਹ ਕਰਾਮਾਤ ਹੈ ਚਰਨ ਧੂੜੀ ਦੀ, ਇਹ ਮਹਾਨਤਾ ਹੈ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਤਿੰਨ ਕੀ ਧੂਰ ਲਾਈ ਮੁਖ ਮਸਤਕ। ਜਦੋਂ ਆਪਾਂ ਆਪਣਾ ਮਾਣਮੱਤਾ ਇਤਿਹਾਸ ਪੜ੍ਹਦੇ ਹਾਂ ਨਾ ਸਾਧ ਸੰਗਤ ਜੀ, ਸਾਡਾ ਜੋ ਇੱਕ ਬਹੁਤ ਹੀ ਮਹੱਤਵਪੂਰਨ ਬੜਾ ਪ੍ਰਮਾਣਿਕ ਇਤਿਹਾਸਕ ਗ੍ਰੰਥ ਹੈ ਸ੍ਰੀ ਗੁਰੂ ਪੰਥ ਪ੍ਰਕਾਸ਼, ਉਹਦੇ ਵਿੱਚ ਉਹਨਾਂ ਮਹਾਨ ਸੂਰਮਿਆਂ ਦਾ ਜ਼ਿਕਰ ਹੈ, ਸ਼ਹੀਦਾਂ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਆਪਾਂ ਅਰਦਾਸ ਵਿੱਚ ਯਾਦ ਕਰਦੇ ਹਾਂ, ਜੋ ਚਰਖੜੀਆਂ ਤੇ ਚੜ੍ਹੇ। ਕੌਣ ਸਨ? ਭਾਈ ਸਬੀਗ ਸਿੰਘ ਜੀ ਅਤੇ ਉਹਨਾਂ ਦੇ ਸਪੁੱਤਰ ਭਾਈ ਸ਼ਹਿਬਾਜ਼ ਸਿੰਘ ਜੀ। ਉਹਨਾਂ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਸੀ। ਕਹਿੰਦੇ ਜਦੋਂ ਭਾਈ ਸਬੀਗ ਸਿੰਘ ਸਾਹਿਬ ਜੀ ਨੂੰ ਪਤਾ ਲੱਗਾ ਨਾ ਕਿ ਮੁਗਲਾਂ ਨੇ, ਸਿਪਾਹੀਆਂ ਨੇ ਆ ਕੇ ਦੱਸਿਆ ਕਿ ਤੁਹਾਡੇ ਪੁੱਤਰ ਨੇ ਮੁਸਲਮਾਨ ਬਣਨਾ ਕਬੂਲ ਕਰ ਲਿਆ ਹੈ, ਭਾਈ ਸਬੀਗ ਸਿੰਘ ਕਹਿੰਦੇ ਮੈਨੂੰ ਇੱਕ ਵਾਰ ਉੱਥੇ ਲੈ ਕੇ ਜਾਓ। ਕਹਿੰਦੇ ਜਦੋਂ ਭਾਈ ਸਬੀਗ ਸਿੰਘ ਸਾਹਿਬ ਸ਼ਹਿਬਾਜ਼ ਸਿੰਘ ਦੇ ਕੋਲ ਪਹੁੰਚੇ, ਉਹਨਾਂ ਦੇ ਮੱਥੇ ਤੇ ਤੁਰਕ ਬਣਨ ਦੀ ਲਕੀਰ ਭਾਈ ਸਬੀਗ ਸਿੰਘ ਨੇ ਜਦੋਂ ਦੇਖੀ, ਗੁਰੂ ਚਰਨਾਂ 'ਚ ਅਰਦਾਸ ਕਰਕੇ ਆਪਣੇ ਹੀ ਪੈਰਾਂ ਦੀ ਮਿੱਟੀ, ਆਪਣੇ ਹੀ ਚਰਨਾਂ ਦੀ ਧੂੜੀ ਆਪਣੇ ਪੁੱਤਰ ਦੇ ਮੱਥੇ ਤੇ ਲਾਈ। ਕਹਿੰਦੇ ਤੁਰਕ ਹੋਣ ਦੀ ਰੇਖਾ ਮਿਟ ਗਈ। ਜਦੋਂ ਭਾਈ ਸ਼ਹਿਬਾਜ਼ ਸਿੰਘ ਨੂੰ ਹੋਸ਼ ਆਇਆ, ਕਹਿਣ ਲੱਗਾ ਮੈਂ ਤਾਂ ਨਹੀਂ ਤੁਰਕ ਬਣਨਾ, ਮੈਂ ਤਾਂ ਸਿੱਖ ਹਾਂ, ਸਿੱਖ ਹੀ ਰਹਾਂਗਾ। ਇਹ ਚਰਨ ਧੂੜੀ ਦਾ ਕਮਾਲ ਹੈ, ਇਹ ਚਰਨ ਧੂੜੀ ਦੀ ਬਖਸ਼ਿਸ਼ ਹੈ। ਮੱਥੇ ਦੀ ਰੇਖਾ ਮਿਟਾ ਦਿੱਤੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਹਰ ਚਿੱਤ ਹੈ ਜੋ ਚੇਤੇ ਕਰਦੇ ਨੇ ਉਹਨਾਂ ਤੋਂ ਕੁਰਬਾਨ ਹਾਂ। ਜੋ ਸ਼ਬਦ ਦੀ ਵਿਚਾਰ ਨਾਲ ਜੁੜੇ ਹੋਏ ਉਹਨਾਂ ਦੇ ਚਰਨਾਂ ਦੀ ਧੂੜ ਲੋਚਦਾ ਹਾਂ। ਤਿੰਨ ਕੀ ਧੂਰ ਲਾਈ ਮੁਖ ਮਸਤਕ, ਸਤ ਸੰਗਤ ਬਹਿ ਗੁਣ ਗਾਏ ਦਾ। ਮੈਂ ਸਤਿਗੁਰੂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦਾ ਹਾਂ। ਹਰ ਕੇ ਗੁਣ ਗਾਵਾ
ਜੇ ਹਰ ਪ੍ਰਭ ਭਾਵਾ। ਕਹਿੰਦੇ ਮੈਂ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦਾ ਹਾਂ ਕਿ ਕਿਤੇ ਐਸੀ ਬਖਸ਼ਿਸ਼ ਹੋ ਜਾਏ ਉਸ ਵਾਹਿਗੁਰੂ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਜਾਵਾਂ। ਅੰਤਰ ਹਰ ਨਾਮ ਸ਼ਬਦ ਸੁਹਾਵਾ। ਔਰ ਕਹਿੰਦੇ ਜਦੋਂ ਅੰਤਰ ਹਰ ਨਾਮ, ਅੰਦਰ ਹਿਰਦੇ ਅੰਦਰ ਅੰਤਸ਼ਕਰਨ ਅੰਦਰ ਉਸ ਵਾਹਿਗੁਰੂ ਦੇ ਨਾਮ ਦਾ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਵਾਸਾ ਹੋ ਜਾਂਦਾ ਹੈ, ਉਸ ਵੇਲੇ ਕਹਿੰਦੇ ਸੁਹਾਵਾ ਜਿਹੜਾ ਅੰਤਸ਼ਕਰਨ ਹੈ ਉਹ ਸ਼ਬਦ ਦੀ ਬਰਕਤ ਨਾਲ, ਨਾਮ ਦੀ ਬਰਕਤ ਨਾਲ ਸੁਹਾਵਾ ਸ਼ੋਭਨੀਕ ਬਣ ਜਾਂਦਾ ਹੈ, ਬੜਾ ਸੋਹਣਾ ਬਣ ਜਾਂਦਾ ਹੈ। ਗੁਰਬਾਣੀ ਚੌਹਕੁੰਡੀ ਸੁਣੀਐ ਸਾਚਾ ਨਾਮ ਸਮਾਏ ਦਾ। ਕਹਿੰਦੇ ਗੁਰੂ ਕੀ ਬਾਣੀ ਇਤਨੀ ਮਹਾਨ ਹੈ, ਗੁਰਬਾਣੀ ਚੌਹਾਂ ਕੁੰਡੀ, ਚੌਹਾਂ ਕੁੰਟਾਂ ਚ, ਚੌਹਾਂ ਦਿਸ਼ਾਵਾਂ ਵਿੱਚ ਸੁਣੀ ਜਾਂਦੀ ਹੈ। ਸਾਚਾ ਨਾਮ ਸਮਾਏ ਦਾ, ਗੁਰਬਾਣੀ ਦੀ ਵਿਚਾਰ ਦੁਆਰਾ, ਸ਼ਬਦ ਦੇ ਗਿਆਨ ਦੁਆਰਾ ਸੱਚੇ ਵਾਹਿਗੁਰੂ ਦੇ ਨਾਮ ਵਿੱਚ ਸਮਾ ਜਾਈਦਾ ਹੈ। ਸੋ ਜਨ ਸਾਚਾ ਜੇ ਅੰਤਰ ਭਾਲੇ। ਹਜ਼ੂਰ ਕਹਿੰਦੇ ਨੇ ਅਸਲ ਵਿੱਚ ਉਹ ਜਨ, ਉਹ ਵਿਅਕਤੀ ਸੱਚਾ ਹੈ, ਸੱਚੇ ਮਾਰਗ ਤੇ ਚੱਲਣ ਵਾਲਾ ਹੈ ਜੋ ਅੰਤਰ ਭਾਲੇ। ਕਿਉਂਕਿ ਮਨੁੱਖ ਦੀਆਂ ਬਿਰਤੀਆਂ ਬਾਹਰ ਮੁਖੀ ਨੇ, ਬਾਹਰ ਨੂੰ ਦੌੜਦੇ ਨੇ। ਅਸਲ ਵਿੱਚ ਮਹਾਰਾਜ ਕਹਿੰਦੇ ਜਿਸ ਨੇ ਆਪਣੀ ਬਿਰਤੀ ਨੂੰ ਅੰਤਰਮੁਖ ਕਰ ਲਿਆ ਉਹ ਅਸਲ ਦੇ ਵਿੱਚ ਸੱਚਾ ਹੈ, ਜੋ ਅੰਤਰ ਭਾਲੈ, ਜੋ ਆਪਣੇ ਅੰਦਰ ਹੀ ਉਸ ਵਾਹਿਗੁਰੂ ਨੂੰ ਢੂੰਡਦਾ ਹੈ। ਫਰੀਦਾ ਜੰਗਲ ਜੰਗਲ ਕਿਆ ਭਵਹਿ ਵਣ ਕੰਡਾ ਮੂੜੇ ਵਸੀ ਰੱਬ ਹਿਆਲੀਐ। ਹਿਆਲੀਐ ਨਾਮ ਹਿਰਦੇ ਦਾ, ਕਹਿੰਦੇ ਹਿਰਦੇ ਚੋਂ ਵਸ ਰਿਹਾ ਹੈ, ਬਾਹਰ ਕਿਆ ਢੂੰਡੇ ਹੈ। ਹਜ਼ੂਰ ਕਹਿੰਦੇ ਨੇ ਸੋ ਜਨ ਸਾਚਾ ਜੇ ਅੰਤਰ ਭਾਲੈ ਉਹ ਅਸਲ ਵਿੱਚ ਸੱਚਾ ਹੈ, ਉਹੀ ਸਤਵਾਦੀ ਹੈ, ਉਹੀ ਸੱਚ ਦੇ ਮਾਰਗ ਤੇ ਚੱਲਣ ਵਾਲਾ ਹੈ ਜੋ ਆਪਣੇ ਅੰਦਰ ਉਸ ਵਾਹਿਗੁਰੂ ਨੂੰ ਖੋਜਦਾ ਹੈ। ਗੁਰ ਕਾ ਸ਼ਬਦ ਹਰ ਨਦਰ ਨਿਹਾਲੇ। ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਹੀ ਉਹ ਹਰੀ ਪ੍ਰਮਾਤਮਾ ਵਾਹਿਗੁਰੂ ਨਦਰ ਨਿਹਾਲੇ। ਫਾਰਸੀ ਦਾ ਲਫ਼ਜ਼ ਹੈ ਨਦਰ। ਨਦਰ ਦਾ ਮਤਲਬ ਹੈ ਮਿਹਰ ਦੀ ਨਿਗਾਹ, ਕਿਰਪਾ ਦ੍ਰਿਸ਼ਟੀ। ਕਹਿੰਦੇ ਗੁਰੂ ਦੀ ਸ਼ਬਦ ਦੀ ਵਿਚਾਰ ਨਾਲ ਜਦੋਂ ਜੁੜ ਜਾਈਏ ਉਹ ਹਰੀ ਪ੍ਰਮਾਤਮਾ ਵਾਹਿਗੁਰੂ ਫਿਰ ਮਿਹਰ ਦੀ ਨਿਗਾਹ ਨਾਲ, ਕਿਰਪਾ ਦ੍ਰਿਸ਼ਟੀ ਨਾਲ ਨਿਵਾਜ ਦਿੰਦਾ ਹੈ। ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏ ਦਾ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਗਿਆਨ ਅੰਜਨ। ਸਾਧ ਸੰਗਤ ਜੀ, ਅੰਜਨ ਦਾ ਭਾਵ ਅਰਥ ਹੈ ਸੁਰਮਾ। ਸੁਰਮੇ ਤੋਂ ਭਾਵ ਹੈ ਕਾਲਖ। ਗਿਆਨ ਅੰਜਨ, ਗਿਆਨ ਦਾ ਸੁਰਮਾ ਪਾਏ। ਕਹਿੰਦੇ ਗੁਰੂ ਦਾ ਜੋ ਗਿਆਨ ਹੈ ਇਹ ਐਸਾ ਅੰਜਨ ਹੈ, ਐਸਾ ਸੁਰਮਾ ਹੈ। ਇਹ ਸੁਰਮੇ ਦੀ ਜਿਹੜੀ ਕਾਲਖ ਹੈ ਇਹ ਅੱਖ ਦੇ ਰੋਗ ਨੂੰ ਦੂਰ ਕਰਨ ਦੇ ਵਿੱਚ ਸਮਰੱਥ ਮੰਨੀ ਜਾਂਦੀ ਹੈ। ਤੋ ਸਾਧ ਸੰਗਤ ਜੀ, ਜਿਸ ਤਰ੍ਹਾਂ ਇਹ ਸਾਡੇ ਬਾਹਰਲੇ ਨੇਤਰ ਨੇ, ਇਹਨਾਂ ਵਿੱਚ ਬੜੀ ਕਾਲਖ ਹੈ, ਔਰ ਜੋ ਬਾਹਰਲੇ ਨੇਤਰ ਨੇ ਇਹਨਾਂ ਵਿੱਚ ਅਗਿਆਨਤਾ ਦੀ ਜੋ ਕਾਲਖ ਹੈ, ਅਗਿਆਨਤਾ ਦਾ ਰੋਗ ਹੈ। ਇਸੇ ਤਰ੍ਹਾਂ ਸਾਡੇ ਅੰਦਰ ਇੱਕ ਐਸਾ ਨੇਤਰ ਹੈ ਜਿਸ ਨੂੰ ਬੁੱਧੀ ਨੇਤਰ ਕਿਹਾ ਹੈ। ਇਹ ਬੁੱਧੀ ਦੇ ਨੇਤਰ ਵਿੱਚ ਸਤਿਗੁਰੂ ਜੀ ਗਿਆਨ ਦਾ ਸੁਰਮਾ ਪਾ ਦਿੰਦੇ ਨੇ। ਜਿਵੇਂ ਮਹਾਂਪੁਰਖਾਂ ਦੇ ਬਚਨ ਨੇ, ਗਿਆਨ ਸੁਲਾਕਾ ਦੈ ਬੁੱਧ ਲੋਚਨ ਕਰ ਹੈ ਤਮ ਅਗਿਆਨ ਵਿਮੋਚਨ। ਸਤਿਗੁਰਾਂ ਦੇ ਬਚਨ ਨੇ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਕਹਿੰਦੇ ਗੁਰੂ ਦੇ ਪਾਸੋਂ ਗਿਆਨ ਦਾ ਐਸਾ ਸੁਰਮਾ ਪ੍ਰਾਪਤ ਹੁੰਦਾ ਹੈ, ਗਿਆਨ ਦੇ ਐਸੇ ਚਕਸ਼ੂ ਮਿਲਦੇ ਨੇ, ਇਸ ਜੀਵ ਦਾ ਜੀਵਨ ਸਫਲ ਹੋ ਜਾਂਦਾ ਹੈ। ਦੁਨੀਆ ਹੈਰਾਨ ਹੋ ਜਾਂਦੀ ਹੈ ਕਿ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ ਕੈਸਾ ਹੈ। ਜਿਨ੍ਹਾਂ ਦੀ ਸ਼ਰਨ ਵਿੱਚ ਆਪਾਂ ਜੁੜ ਬੈਠੇ ਹਾਂ ਨਾ, ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ, ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਛੱਜੂ ਝੀਵਰ ਆਪਾਂ ਜਾਣਦੇ ਹਾਂ ਨਾ, ਸਾਰੇ ਹੀ ਜਾਣਦੇ, ਬੱਚਾ ਬੱਚਾ ਜਾਣਦਾ ਇਸ ਸਾਖੀ ਨੂੰ। ਜਦੋਂ ਛੱਜੂ ਝੀਵਰ ਸਤਿਗੁਰਾਂ ਦੇ ਸਨਮੁਖ ਆਇਆ ਹੈ, ਉਸ ਜਨਮ ਤੋਂ ਗੂੰਗੇ ਤੇ ਬੋਲੇ ਛੱਜੂ ਝੀਵਰ ਨੂੰ ਸਤਿਗੁਰਾਂ ਨੇ ਕੈਸਾ ਗਿਆਨ ਦਾ ਚਕਸ਼ੂ ਬਖਸ਼ਿਆ ਹੈ। ਸਾਡਾ ਇਤਿਹਾਸ ਕਹਿੰਦਾ ਹੈ ਕਿ ਛੱਜੂ ਝੀਵਰ ਬੋਲਿਆ ਉਸ ਵੇਲੇ
ਕਸਮਿਨ ਸ਼ਾਸਤਰ ਪ੍ਰਵਿਰਤੇ, ਪੰਡਤ ਜੀ ਦੱਸੋ ਕਿਹੜੇ ਸ਼ਾਸਤਰ ਦੀ ਵਿਚਾਰ ਕਰਨੀ ਹੈ? ਪੰਡਤ ਜੀ ਕਹਿੰਦੇ ਤੁਹਾਡੇ ਨਾਲ ਗੀਤਾ ਦੀ ਵਿਚਾਰ ਕਰਨੀ ਹੈ, ਸੁਣਾਓ, ਪੜ੍ਹ ਸਕਦੇ ਹੋ? ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਗਿਆਨ ਅੰਜਨ, ਗੁਰੂ ਦਾ ਗਿਆਨ, ਗੁਰੂ ਦੀ ਨਦਰ, ਗੁਰੂ ਦਾ ਸ਼ਬਦ, ਗੁਰੂ ਦੇ ਬਚਨ ਵਿੱਚ ਕਿੰਨੀ ਸਮਰੱਥਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਬੋਲ, ਇਹ ਲਫ਼ਜ਼ ਬੋਲਿਆ ਕਿ ਬੋਲ, ਤੇ ਉਸ ਸਭਾ ਦੇ ਵਿੱਚ ਛੱਜੂ ਚੀਵਰ ਫਿਰ ਕੀ ਬੋਲਦਾ ਹੈ? ਧਰਮ ਖੇਤਰੇ ਕੁਰੂਖੇਤਰੇ ਸਮਵੇਤਾ ਯੁਯੁਤਸਵ ਹੈ, ਮਾਮ ਕਾ ਪਾਂਡਵਸ ਚੈਵ ਕਿਮ ਕੁਰਵਤ ਸੰਜਯ, ਦ੍ਰਿਸ਼ਟਵਾ ਤु ਪਾਂਡਵਾਨੀਕਮ ਵਿਊਢਮ ਦੁਰਯੋਧਨस्तदा, आचार्यमपसंगम्य राजा वचनमब्रवीत, पश्यैतां पांडुपुत्राणामाचार्या महतीं च मूम, व्यूढ़ां द्रुपद पुत्रेण तव शिष्येण धीमता, अत्र शूरा महेश्वासा भीमार्जुन समायुधि, युयुधानो विराटश्च द्रुपदश्च महारथः, दृष्टकेतुश्चेकितानः काशी राजाश्च वीर्यवान, पुरुजित कुंती भोजश्च शैब्यश्च नरपुंगवः। पंडित चरना ते डिग पिया, महाराज मैं भुल गया, मैनू नहीं सी पता तुहाडे पास ऐसियां बख्शिशां ने, ऐसा ज्ञान है, ये ज्ञान अंजन है। गुरु अमरदास महाराज कहते ने ज्ञान अंजन पाए गुर शब्दी, गुरु दे शब्द द्वारा ऐसा ज्ञान, खंडा ब्रह्मंडां दा ज्ञान, सब कासे दा ज्ञान गुरु दे शब्द विच है। ज्ञान अंजन पाए गुर शब्दी, नदरी नदर मिलाए दा, अपनी मेहर दी निगाह नाल अपने नाल सतगुरु परमात्मा जी मिला लेंदे हन। ਵੱਡਾ ਭਾਗ ਇਹੋ ਸਰੀਰ ਪਾਇਆ। ਸਤਿਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਭਾਈ ਵੱਡਿਆਂ ਭਾਗਾਂ ਨਾਲ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਮਾਨਸ ਜਨਮ ਸ਼ਬਦ ਚਿਤ ਲਾਇਆ, ਜਿਸ ਨੇ ਇਹ ਮਾਨਸ ਜਨਮ ਧਾਰ ਕੇ ਮਨੁੱਖਾ ਦੇਹੀ ਪ੍ਰਾਪਤ ਕਰਕੇ ਗੁਰੂ ਦੇ ਸ਼ਬਦ ਨਾਲ ਚਿੱਤ ਲਾ ਲਿਆ ਹੈ। ਬਿਨ ਸ਼ਬਦਾ ਸਭ ਅੰਧ ਅੰਧੇਰਾ, ਗੁਰਮੁਖ ਕਿਸ ਹੈ ਬੁਝਾਏ ਦਾ। ਮਹਾਰਾਜ ਕਹਿੰਦੇ ਬਿਨਾਂ ਗੁਰੂ ਦੇ ਸ਼ਬਦ ਤੋਂ, ਬਿਨਾਂ ਗੁਰੂ ਦੇ ਸ਼ਬਦ ਦੇ ਗਿਆਨ ਤੋਂ, ਬਿਨ ਸ਼ਬਦ ਹੈ ਸਭ ਅੰਧ ਅੰਧੇਰਾ। ਹਰ ਰੋਜ਼ ਗੁਰੂ ਘਰ ਦੇ ਕੀਰਤਨੀਆਂ ਦੀ ਮੁਬਾਰਕ ਰਸਨਾ ਤੋਂ ਆਪਾਂ ਇਹ ਬਚਨ ਸਰਵਣ ਕਰਦੇ ਹਾਂ। ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਦਾ ਸ਼ਬਦ, ਗੁਰੂ ਦੇ ਸ਼ਬਦ ਦਾ ਗਿਆਨ, ਇਹਦੇ ਤੋਂ ਬਿਨਾਂ ਸਾਧ ਸੰਗਤ ਜੀ ਅਸਲ ਵਿੱਚ ਅੰਧੇਰਾ ਹੈ, ਅੰਧੇਰਾ ਹੈ। ਵਿਦਵਾਨਾਂ ਦੇ ਬਚਨ ਨੇ ਅਨੇਕ ਸੰਸਿਓਖੇਦੀ ਪ੍ਰੋਖਾਰਥस्य ਦਰਸ਼ਕਮ ਸਰਵस्य ਲੋਚਨਮ ਸ਼ਾਸਤਰਮ। ਕਹਿੰਦੇ ਸਾਰਿਆਂ ਦਾ ਅਸਲੀ ਲੋਚਨ, ਸਾਰਿਆਂ ਦੀ ਅਸਲੀ ਅੱਖ ਗੁਰੂ ਦਾ ਸ਼ਾਸਤਰ ਹੈ, ਗੁਰੂ ਦਾ ਗਿਆਨ ਹੈ, ਗੁਰੂ ਦਾ ਸ਼ਬਦ ਹੈ। ਕਿਸੇ ਨੇ ਉਸ ਵਿਦਵਾਨ ਦੇ ਪਾਸ ਬੇਨਤੀ ਕੀਤੀ ਕਿ ਜਿਸ ਦੇ ਪਾਸ ਗਿਆਨ ਦਾ ਨੇਤਰ ਨਹੀਂ ਹੈ, ਜਿਸ ਦੇ ਪਾਸ ਗੁਰੂ ਦੇ ਗਿਆਨ ਦਾ ਚਕਸ਼ੂ ਨਹੀਂ ਹੈ, ਉਹ ਕੈਸਾ ਹੈ? ਕਹਿੰਦੇ ਯਸ਼ ਨਾਸਤ ਏਵ ਅੰਧਸ ਹੈ, ਉਹ ਅੰਨਾ ਹੈ। ਅਸਲ ਵਿੱਚ ਅੰਧੇ ਇਹ ਨਾ ਆਖੀਐਨ ਜਿਨ ਮੁਖ ਲੋਇਣ ਨਾਹੀ, ਅਸਲ ਵਿੱਚ ਉਹ ਅੰਨੇ ਨਹੀਂ ਜਿਨ੍ਹਾਂ ਦੇ ਨੇਤਰ ਨਹੀਂ, ਅਸਲ ਵਿੱਚ ਉਹ ਅੰਨਾ ਹੈ ਜਿਸ ਦੇ ਪਾਸ ਗੁਰੂ ਦੇ ਸ਼ਬਦ ਦਾ ਗਿਆਨ ਨਹੀਂ ਹੈ। ਅਨੇਕ ਸੰਸਿਓਖੇਦੀ ਪ੍ਰੋਖਾਰਥस्य ਦਰਸ਼ਕਮ ਸਰਵस्य ਲੋਚਨਮ ਸ਼ਾਸਤਰਮ ਯਸ਼ ਨਾਸਤ ਏਵ ਅੰਧਸ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਬਿਨ ਸ਼ਬਦੈ, ਬਿਨਾਂ ਗੁਰੂ ਦੇ ਸ਼ਬਦ ਤੋਂ ਸਭ ਅੰਧ ਅੰਧੇਰਾ, ਸਭ ਪਾਸੇ ਅੰਧੇਰਾ ਹੀ ਅੰਧੇਰਾ ਹੈ। ਇੱਕ ਕਿਤ ਆਏ ਜਨਮ ਗਵਾਏ। ਔਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਗੁਰਮੁਖ ਕਿਸਹਿ 부ਝਾਈ ਦਾ। ਗੁਰੂ ਦੀ ਕਿਰਪਾ ਨਾਲ, ਗੁਰੂ ਕਿਰਪਾ ਕਰਕੇ ਕਿਸੇ ਵਿਰਲੇ ਨੂੰ ਹੀ ਇਹ ਸ਼ਬਦ ਦਾ ਗਿਆਨ ਬਖਸ਼ਿਸ਼ ਕਰਦਾ ਹੈ। ਕਿਉਂਕਿ ਸ਼ਬਦ ਦਾ ਗਿਆਨ, ਸ਼ਬਦ ਦੀ ਵਿਚਾਰ, ਗੁਰੂ ਦੀ ਸਿੱਖਿਆ, ਇਹ ਵੀ ਸਾਡੇ ਆਪਣੇ ਵੱਸ ਨਹੀਂ ਹੈ। ਗੁਰੂ ਦੀ ਕਿਰਪਾ ਨਾਲ ਹੀ ਇਹ ਸਭ ਕੁਝ ਪ੍ਰਾਪਤ ਹੁੰਦਾ ਹੈ। ਤੋ ਹਜ਼ੂਰ ਸੱਚੇ ਪਾਤਸ਼ਾਹ ਜੀ ਸਾਵਧਾਨ ਕਰਦੇ ਨੇ
ਇੱਕ ਕਿਤ ਆਏ। ਉਹ ਵਿਅਕਤੀ ਕਿਤ ਆਏ, ਕਿਉਂ ਆਏ ਹਨ? ਜਨਮ ਗਵਾਏ। ਉਹਨਾਂ ਨੇ ਆਪਣਾ ਜਨਮ ਗਵਾ ਲਿਆ ਹੈ ਜੋ ਗੁਰੂ ਦੇ ਸ਼ਬਦ ਦੀ ਵਿਚਾਰ ਤੋਂ ਸਖਣੇ ਹਨ। ਮਨ ਮੁਖ ਲਾਗੇ ਦੂਜਾ ਪਾਏ। ਕਿਉਂਕਿ ਉਹ ਮਨਮੁਖ ਨੇ। ਸਾਧ ਸੰਗਤ ਜੀ, ਗੁਰਬਾਣੀ ਵਿੱਚੋਂ ਦੋ ਸ਼ਬਦ ਮਿਲਦੇ ਨੇ, ਗੁਰਮੁਖ ਤੇ ਮਨਮੁਖ, ਜਿਨ੍ਹਾਂ ਦੀ ਵਿਆਖਿਆ ਭਾਵੇਂ ਬਹੁਤ ਡੂੰਘੀ ਹੈ, ਪਰ ਸਮੇਂ ਦੇ ਮੁਤਾਬਕ ਮੋਟੇ ਜਿਹੇ ਤੌਰ ਤੇ ਮੈਂ ਬੇਨਤੀ ਕਰਦੇ ਹਾਂ, ਅਸਲ ਵਿੱਚ ਗੁਰਮੁਖ ਉਹ ਹੈ ਜਿਸ ਨੇ ਗੁਰੂ ਨੂੰ ਮੁੱਖ ਰੱਖ ਲਿਆ। ਜਦੋਂ ਵੀ ਕੁਝ ਬੋਲਣਾ ਹੈ, ਗੁਰੂ ਨੂੰ ਮੁੱਖ ਰੱਖਦਾ ਹੈ ਕਿ ਗੁਰੂ ਦਾ ਹੁਕਮ ਕੀ ਹੈ। ਕੁਝ ਖਾਣਾ ਹੈ, ਗੁਰੂ ਨੂੰ ਮੁੱਖ ਰੱਖਦਾ ਹੈ, ਗੁਰੂ ਨੇ ਕੀ ਵਸਤੂ ਖਾਣ ਵਾਸਤੇ ਕਿਹਾ ਹੈ, ਕਿਹੜੀ ਚੀਜ਼ ਤੋਂ ਵਰਜਿਆ ਹੈ। ਜਦੋਂ ਲਿਬਾਸ ਪਾਉਣਾ ਹੈ, ਫਿਰ ਵੀ ਗੁਰੂ ਨੂੰ ਮੁੱਖ ਰੱਖਦਾ ਹੈ, ਗੁਰੂ ਨੇ ਕਿਸ ਤਰ੍ਹਾਂ ਦਾ ਪਹਿਰਾਵਾ, ਕਿਸ ਤਰ੍ਹਾਂ ਦਾ ਬਾਣਾ ਮੈਨੂੰ ਦਿੱਤਾ ਹੈ, ਕਿਸ ਤਰ੍ਹਾਂ ਦੀ ਸੰਗਤ ਵਿੱਚ ਬੈਠਣਾ ਹੈ, ਕਿਸ ਤਰ੍ਹਾਂ ਦਾ ਬੋਲ ਬੋਲਣਾ ਹੈ, ਕਿ ਹਰ ਇੱਕ ਕੰਮ ਵਿੱਚ ਗੁਰੂ ਨੂੰ ਮੁੱਖ ਰੱਖਦਾ ਹੈ, ਉਹ ਗੁਰਮੁਖ ਹੈ। ਤੇ ਜਿਹੜਾ ਕਹਿੰਦਾ ਹੈ ਕਿ ਮੈਂ ਤਾਂ ਆਪਣੇ ਮਨ ਦੀ ਮਰਜ਼ੀ ਕਰਾਂਗਾ, ਬਸ ਉਹ ਮਨਮੁਖ ਹੈ, ਕਿਉਂਕਿ ਉਹ ਆਪਣੇ ਮਨ ਨੂੰ ਮੁੱਖ ਰੱਖਦਾ ਹੈ। ਉਹਨੂੰ ਕਈ ਵਾਰੀ ਦੂਸਰਾ ਬੰਦਾ ਸਲਾਹ ਵੀ ਦਿੰਦਾ ਹੈ ਕਿ ਭਾਈ ਇਹ ਗੁਰੂ ਦੀ ਮਰਿਆਦਾ ਨਹੀਂ ਹੈ, ਇਹ ਗੁਰੂ ਦਾ ਹੁਕਮ ਨਹੀਂ। ਉਹ ਕਹਿੰਦਾ ਨਹੀਂ, ਮੈਂ ਤਾਂ ਆਪਣੇ ਮਨ ਦੀ ਮਰਜ਼ੀ ਕਰਾਂਗਾ। ਉਹ ਮਨਮੁਖ ਹੈ। ਜੋ ਮਨ ਨੂੰ ਮੁੱਖ ਰੱਖਦਾ ਹੈ ਉਹ ਮਨਮੁਖ ਹੈ, ਜੋ ਗੁਰੂ ਨੂੰ ਮੁੱਖ ਰੱਖਦਾ ਹੈ ਉਹ ਗੁਰਮੁਖ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਐਸੇ ਮਨਮੁਖ ਨੇ, ਗੁਰੂ ਦੇ ਮਾਰਗ ਤੋਂ ਭਟਕੇ ਹੋਏ ਨੇ, ਗੁਰੂ ਦੇ ਰਸਤੇ ਤੋਂ ਭੁੱਲੇ ਹੋਏ ਨੇ, ਕਿਤੇ ਆਏ, ਉਹ ਕਿਉਂ ਆਏ ਨੇ? ਜਨਮ ਗਵਾਏ। ਉਹਨਾਂ ਨੇ ਆਪਣਾ ਜਨਮ ਵਿਅਰਥ ਹੀ ਗਵਾ ਲਿਆ ਹੈ। ਇਹ ਵੇਲਾ ਫਿਰ ਹਾਥ ਨਾ ਆਵੇ, ਪਗ ਖਿਸਿਆ ਪਛਤਾਏ ਦਾ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹ ਵੇਲਾ ਫਿਰ ਹੱਥ ਨਾ ਆਵੇ। ਇਹ ਜੋ ਮਾਨਸ ਜਨਮ ਹੈ, ਮਨੁੱਖਾ ਜਨਮ ਹੈ, ਫਿਰ ਹੱਥ ਨਹੀਂ ਆਉਂਦਾ। ਪੱਗ ਖਿਸਿਆ, ਇਥੋਂ ਛੁੜਕਿਆ, ਫਿਰ ਠੌਰ ਨਾ ਪਾਈ। ਇਹ ਮਾਨਸ ਜਨਮ ਐਸਾ ਹੈ। ਅਬ ਨਾ ਭਜਸ, ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਮਹਾਰਾਜ ਕਹਿੰਦੇ ਜਦੋਂ ਪੱਗ ਖਿਸਿਆ, ਪੱਗ ਨਾਮ ਪੈਰ, ਕਹਿੰਦੇ ਜਦੋਂ ਪੈਰ ਖਿਸਕ ਗਿਆ, ਜਦੋਂ ਕਿਸੇ ਬੰਦੇ ਦਾ ਪੈਰ ਖਿਸਕ ਜਾਏ, ਕਈ ਵਾਰੀ ਆਪਣੇ ਨਾਲ ਵੀ ਹੁੰਦਾ ਹੈ, ਪਾਣੀ ਤੋਂ ਚਿੱਕੜ ਤੋਂ ਤਿਲਕ ਜਾਈਏ ਤੇ ਡਿੱਗ ਜਾਈਦਾ, ਫਿਰ ਪਛਤਾਈਦਾ। ਤੇ ਫਿਰ ਪਛਤਾਉਣ ਨਾਲ ਕੁਝ ਨਹੀਂ ਬਣਦਾ, ਕਿਉਂਕਿ ਉਦੋਂ ਪਤਾ ਲੱਗਦਾ ਜਦੋਂ ਡਿੱਗ ਜਾਈਦਾ ਹੈ। ਪੱਗ ਖਿਸਿਆ ਪਛਤਾਏ ਦਾ। ਮਹਾਰਾਜ ਕਹਿੰਦੇ ਤੇਰਾ ਮਨੁੱਖਾ ਜਨਮ ਇਉਂ ਬਤੀਤ ਹੋ ਰਿਹਾ ਹੈ, ਇਹ ਮਨੁੱਖਾ ਜਨਮ ਰੂਪੀ ਪੈਰ ਤੇਰਾ ਖਿਸਕ ਰਿਹਾ ਹੈ, ਤੇ ਫਿਰ ਪਛਤਾਵਾ ਪੱਲੇ ਰਹਿ ਜਾਏਗਾ। ਸਮਾਂ ਬੀਤਦਾ ਜਾ ਰਿਹਾ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ ਡਾਕਟਰ ਭਾਈ ਵੀਰ ਸਿੰਘ ਸਾਹਿਬ ਲਿਖਦੇ ਨੇ, ਮੈਂ ਰਹੀ ਵਾਸਤੇ ਘੱਟ, ਸਮੇਂ ਨੇ ਇੱਕ ਨਾ ਮੰਨੀ। ਸਮਾਂ ਨਹੀਂ ਕਿਸੇ ਦੀ ਮੰਨਦਾ, ਇਹ ਬੀਤਦਾ ਜਾ ਰਿਹਾ ਹੈ। ਬੀਤ ਜਾ ਹੈ ਜਨਮ ਅਕਾਜ ਰੇ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਇਹ ਵੇਲਾ, ਇਹ ਮਨੁੱਖਾ ਜਨਮ ਦਾ ਵੇਲਾ ਤੇਰੇ ਹੱਥ ਨਹੀਂ ਆਏਗਾ। ਫਿਰ ਤੂੰ ਇੱਕ ਲੰਬੇ ਚੱਕਰ ਵਿੱਚ ਫਸ ਜਾਏਗਾ। ਉਹ ਲੰਬਾ ਚੱਕਰ ਕੀ ਹੈ? ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਫਰਮਾਇਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਈ ਜਨਮ ਕੀੜੇ ਮਕੌੜੇ ਬਣੇਗਾ, ਕਈ ਜਨਮ ਘੋੜੇ ਦੀ ਜੂਨ ਵਿੱਚ, ਪਸ਼ੂ ਦੀ ਜੂਨ ਵਿੱਚ। ਇਹ ਟੇਢੀਆਂ ਜੂਨਾਂ ਦੇ ਲੰਬੇ ਕਾਲ ਚੱਕਰ ਵਿੱਚ ਫਸ ਜਾਏਗਾ। ਇਹ ਵੇਲਾ ਫਿਰ ਹੱਥ ਨਾ ਆਵੇ। ਇਹ ਮਨੁੱਖਾ ਜਨਮ ਦਾ ਸਮਾਂ ਫਿਰ ਹੱਥ ਨਹੀਂ ਆਏਗਾ। ਪੱਗ ਖਿਸਿਆ ਪਛਤਾਏ ਦਾ, ਪੈਰ ਖਿਸਕ ਜਾਏਗਾ, ਪਛਤਾਵਾ ਹੀ ਪੱਲੇ ਰਹਿ ਜਾਵੇਗਾ। ਗੁਰ ਕਾ ਸ਼ਬਦ ਪਵਿੱਤਰ ਸਰੀਰਾ। ਇਸ ਲਈ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਨਾਲ ਜੁੜ। ਬਸ ਸ਼ਬਦ ਨਾਲ ਹੀ ਜੁੜਨ ਦਾ ਹੁਕਮ ਹੈ। ਗੁਰੂ ਨਾਨਕ ਸਾਹਿਬ ਜੀਆਂ ਦੇ ਚਰਨਾਂ 'ਚ ਭਾਈ ਮਨ ਸੁਖ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਮੈਂ ਬਹੁਤ ਵੱਡਾ ਵਪਾਰੀ ਹਾਂ, ਹਿੰਦੁਸਤਾਨ ਤੋਂ ਬਾਹਰਲੇ ਇਲਾਕਿਆਂ ਵਿੱਚ ਵੀ ਸਮੁੰਦਰੀ ਜਹਾਜ਼ ਲੈ ਕੇ ਮੈਂ ਵਪਾਰ ਕਰਦਾ ਹਾਂ। ਹੁਣ ਮੈਂ ਤੁਹਾਡੇ ਤੋਂ ਆਗਿਆ ਲੈ ਕੇ ਜਾ ਰਿਹਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਜਦੋਂ ਮੈਨੂੰ ਤੁਹਾਡੀ ਯਾਦ ਆਏ, ਜਦੋਂ ਤੁਹਾਡਾ ਚੇਤਾ ਆਏ, ਜਦੋਂ ਤੁਹਾਡੇ ਬਚਨ ਸੁਣਨੇ ਹੋਣ, ਜਦੋਂ ਤੁਹਾਨੂੰ ਮਿਲਣ ਨੂੰ ਦਿਲ ਕਰੇ, ਫਿਰ ਮੈਂ ਕੀ ਕਰਾਂ? ਮਹਾਰਾਜ ਕਹਿੰਦੇ, ਭਾਈ ਸ਼ਬਦ ਨੂੰ ਕਾਗਜ਼ ਤੇ ਲਿਖ ਕੇ ਲੈ ਜਾ। ਜਦੋਂ ਵੀ ਸਾਨੂੰ ਮਿਲਣਾ ਹੋਵੇ ਸ਼ਬਦ ਦੀ ਵਿਚਾਰ ਕਰ ਲਈ, ਸਾਡੇ ਦਰਸ਼ਨ ਹੋਣਗੇ। ਸ਼ਬਦ ਨੂੰ ਪੜ੍ਹੇਗਾ, ਸ਼ਬਦ ਨੂੰ ਵਿਚਾਰੇਗਾ, ਸਾਡਾ ਅਨੁਭਵ ਹੋ ਜਾਏਗਾ।
ਸ਼ਬਦ ਦੀ ਵਿਚਾਰ ਵਿੱਚ ਸਾਰੀਆਂ ਬਰਕਤਾਂ, ਸਾਰੀਆਂ ਬਖਸ਼ਿਸ਼ਾਂ ਮਹਾਰਾਜ ਜੀ ਨੇ ਕਰ ਦਿੱਤੀਆਂ ਨੇ। ਅਰਦਾਸ ਬੇਨਤੀ ਤੋਂ ਉਪਰੰਤ ਆਪਾਂ ਇੱਕ ਦੋਹਰਾ ਪੜ੍ਹਦੇ ਹਾਂ ਨਾ, ਤਾਂ ਹਜ਼ੂਰ ਫਰਮਾਉਂਦੇ ਨੇ ਕਿ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਲੇ। ਖੋਜ ਮੈਂ ਨਾ ਵਿਚਾਰਨਾ, ਬਸ ਕਹਿੰਦੇ ਸ਼ਬਦ ਦੀ ਵਿਚਾਰ ਦੁਆਰਾ ਪ੍ਰਾਪਤੀ ਹੋ ਜਾਏਗੀ। ਇਸ ਲਈ ਕਹਿੰਦੇ ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਪਵਿੱਤਰ ਸਰੀਰਾ, ਇਹ ਸਰੀਰ ਪਵਿੱਤਰ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ। ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ। ਕਹਿੰਦੇ ਫਿਰ ਇਸ ਸਰੀਰ ਵਿੱਚ, ਇਸ ਅੰਤਸ਼ਕਰਨ ਅੰਦਰ ਜੋ ਸੱਚ ਸਰੂਪ ਵਾਹਿਗੁਰੂ ਹੈ, ਗੁਣਾਂ ਦਾ ਜੋ ਗਹੀਰ ਹੈ, ਗਹੀਰ ਨਾਮ ਬਹੁਤ ਡੂੰਘਾ, ਜੋ ਗੁਣਾਂ ਦਾ ਸਮੁੰਦਰ ਵਾਹਿਗੁਰੂ ਹਿਰਦੇ 'ਚ ਵਸ ਜਾਂਦਾ ਹੈ। ਸੱਚੋ ਸੱਚ ਵੇਖੈ ਸਭ ਥਾਈ, ਸੱਚ ਸੁਣ ਮਨ ਵਸਾਏ ਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸ਼ਬਦ ਦੀ ਵਿਚਾਰ ਨਾਲ ਜੁੜਿਆ ਹੋਇਆ ਜਿਹੜਾ ਜਗਿਆਸੂ ਹੈ, ਉਹਨੂੰ ਫਿਰ ਸ਼ਬਦ ਦੀ ਵਿਚਾਰ ਦੁਆਰਾ ਐਸੀ ਅਧਿਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਸੱਚੋ ਸੱਚ ਵੇਖੈ ਸਭ ਥਾਈ। ਉਹ ਫਿਰ ਇਹ ਨਹੀਂ ਕਹਿੰਦਾ ਕਿ ਕਿਸੇ ਧਰਮ ਅਸਥਾਨ ਤੇ ਹੀ ਪ੍ਰਮਾਤਮਾ ਰਹਿੰਦਾ ਹੈ, ਜਾਂ ਕਿਸੇ ਧਾਰਮਿਕ ਅਸਥਾਨ ਤੇ ਝੂਠ ਨਹੀਂ ਬੋਲਣਾ, ਉੱਥੇ ਨਸ਼ਾ ਨਹੀਂ ਕਰਨਾ, ਉੱਥੇ ਪਾਪ ਨਹੀਂ ਕਰਨਾ, ਭਾਵ ਘਰ ਦੇ ਵਿੱਚ ਮੈਂ ਜੋ ਮਰਜ਼ੀ ਕਰੀ ਜਾਵਾਂ। ਫਿਰ ਕਹਿੰਦੇ ਇਸ ਤੋਂ ਵੀ ਬਿਰਤੀ ਜਿਹੜੀ ਹੈ, ਅਵਸਥਾ ਹੈ, ਉੱਚੀ ਹੋ ਜਾਂਦੀ ਹੈ। ਸੱਚੋ ਸੱਚ ਵੇਖੈ ਸਭ ਥਾਈ। ਹੁਣ ਉਹਦੀ ਵਿਚਾਰ ਇਹ ਬਣ ਜਾਂਦੀ ਹੈ ਕਿ ਜੇ ਮੈਂ ਕਿਸੇ ਧਾਰਮਿਕ ਅਸਥਾਨ ਤੇ ਮਾੜਾ ਕਰਮ ਨਹੀਂ ਨਾ ਕਰਨਾ, ਹੁਣ ਮੈਂ ਆਪਣੇ ਘਰ ਵਿੱਚ ਵੀ ਨਹੀਂ ਕਰਨਾ, ਕਿਉਂਕਿ ਸੱਚੋ ਸੱਚ ਵੇਖੈ ਸਭ ਥਾਈ। ਉਹ ਸਭ ਥਾਵਾਂ ਤੇ ਉਸ ਮਾਲਕ ਨੂੰ ਦੇਖ ਲੈਂਦਾ ਹੈ, ਉਹ ਇਸ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਕਮਾ ਲੈਂਦਾ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਘਟ ਘਟ ਮੈਂ ਹਰ ਜੂ ਬਸੈ। ਸਭ ਥਾਵਾਂ ਤੇ ਵਾਹਿਗੁਰੂ ਵਸ ਰਿਹਾ ਹੈ। ਵਿਦਵਾਨਾਂ ਦਾ ਕਥਨ ਹੈ, ਕਹਿੰਦੇ ਪੁਸ਼ਪ ਮੱਧੇ ਯਥਾ ਗੰਧ, ਤਿਲੰਗ ਮੱਧੇ ਯਥਾ ਤੈਲੰ, ਪਯੋ ਮੱਧੇ ਯਥਾ ਕ੍ਰਿਤੰ, ਪਾਸ਼ਾਨੇ ਸ਼ਿਵੰ ਕਾਚਨੰ। ਕਹਿੰਦੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਸਮਾਈ ਹੁੰਦੀ ਹੈ ਪਰ ਦਿਸਦੀ ਨਹੀਂ ਹੈ, ਉਹ ਅਨੁਭਵ ਦਾ ਵਿਸ਼ਾ ਹੈ, ਕਮਾਈ ਦਾ ਵਿਸ਼ਾ ਹੈ। ਜਿਸ ਤਰ੍ਹਾਂ ਤਿਲਾਂ ਦੇ ਵਿੱਚ, ਤਿਲੰਗ ਮੱਧੇ ਯਥਾ ਤੈਲੰ, ਜਿਵੇਂ ਤਿਲਾਂ ਦੇ ਵਿੱਚ ਤੇਲ ਸਮਾਇਆ ਹੋਇਆ ਹੈ, ਮੁਸ਼ੱਕਤ ਕਰਕੇ ਦਿਸਦਾ ਹੈ, ਅਨੁਭਵ ਦਾ ਵਿਸ਼ਾ ਹੈ। ਜਿਸ ਤਰ੍ਹਾਂ ਕਹਿੰਦੇ ਪਾਸ਼ਾ ਨੇ ਸ਼ਿਵੰ ਕਾਚਨੰ, ਜਿਵੇਂ ਪੱਥਰਾਂ ਦੇ ਵਿੱਚ ਪਾਰਸ ਤੇ ਹੀਰੇ ਮੋਤੀ ਸਮਾਏ ਹੁੰਦੇ ਨੇ, ਇਉਂ ਉਹ ਵਾਹਿਗੁਰੂ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਘਟ ਘਟ ਮੈਂ ਹਰ ਜੂ ਬਸੈ। ਪਰ ਸ਼ਬਦ ਦੀ ਵਿਚਾਰ ਕਰਨ ਵਾਲੀ ਜਗਿਆਸੂ ਨੂੰ ਹੀ ਇਹ ਅਨੁਭਵ ਹੁੰਦਾ ਹੈ। ਉਹ ਹੁਣ ਸੱਚੋ ਸੱਚ ਵੇਖੈ ਸਭ ਥਾਈ, ਸਭ ਥਾਵਾਂ ਤੇ ਉਸ ਸੱਚ ਸਰੂਪ ਵਾਹਿਗੁਰੂ ਨੂੰ ਦੇਖਦਾ ਹੈ, ਕਿਉਂਕਿ ਸੱਚ ਸੁਣ ਮਨ ਵਸਾਏਂਦਾ। ਸੱਚ ਨੂੰ ਸੁਣ ਕੇ ਉਸਨੇ ਆਪਣੇ ਮਨ ਵਿੱਚ ਵਸਾ ਲਿਆ ਹੈ। ਹਉਮੈ ਗਣਤ ਗੁਰ ਸ਼ਬਦ ਨਿਵਾਰੇ। ਇਉਂ ਕਹਿੰਦੇ ਜੋ ਹਉਮੈ ਦੀ ਗਣਤ, ਗਣਤ ਮੈਂ ਨਾ ਵਿਚਾਰ, ਜੋ ਹਉਮੈ ਦੀਆਂ ਵਿਚਾਰਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਦੂਰ ਹੁੰਦੀਆਂ ਨੇ। ਗੁਰੂ ਦਾ ਸ਼ਬਦ, ਗੁਰੂ ਦਾ ਬੋਲ, ਕਹਿੰਦੇ ਗੁਰੂ ਦਾ ਇੱਕ ਬੋਲ, ਗੁਰੂ ਦਾ ਇੱਕ ਬਚਨ, ਗੁਰੂ ਦਾ ਇੱਕ ਸ਼ਬਦ ਹਉਮੈ ਦੀਆਂ ਪੰਡਾਂ ਦੂਰ ਸੁੱਟ ਦਿੰਦਾ ਹੈ। ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਚਰਨਾਂ 'ਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵਿਦਵਾਨ ਪੰਡਤ ਆਇਆ, ਕਹਿਣ ਲੱਗਾ ਮਹਾਰਾਜ ਤੁਹਾਡੇ ਨਾਲ ਚਰਚਾ ਕਰਨੀ ਹੈ। ਮਹਾਰਾਜ ਕਹਿੰਦੇ ਪਹਿਲਾਂ ਆਪਣਾ ਸਮਾਨ, ਆਪਣੀਆਂ ਪੰਡਾਂ ਬਾਹਰ ਰੱਖੋ। ਕਹਿਣ ਲੱਗਾ ਮਹਾਰਾਜ ਮੈਂ ਤਾਂ ਖਾਲੀ ਹਾਂ, ਮੇਰੇ ਕੋਲ ਕੋਈ ਪੰਡ ਨਹੀਂ। ਮਹਾਰਾਜ ਕਹਿੰਦੇ ਹਉਮੈ ਦੀ ਪੰਡ ਬਾਹਰ ਰੱਖੋ। ਉਸੇ ਵੇਲੇ ਹਉਮੈ ਦੀ ਨਿਵਰਤੀ ਹੋ ਗਈ। ਚਰਚਾ ਵਾਸਤੇ ਸਾਰੇ ਖਿਆਲ ਹੀ ਮਿਟ ਗਏ, ਸਾਰੀ ਹਉਮੈ ਮਿਟ ਗਈ। ਮਹਾਰਾਜ ਕਹਿੰਦੇ ਹਉਮੈ ਗਣਤ, ਜੋ ਹਉਮੈ ਦੀਆਂ ਵਿਚਾਰਾਂ ਨੇ, ਹਉਮੈ ਦੇ ਖਿਆਲ ਨੇ, ਗੁਰ ਸ਼ਬਦ ਨਿਵਾਰੇ, ਗੁਰੂ ਦੇ ਸ਼ਬਦ ਦੁਆਰਾ ਨਿਵਰਤ ਹੋ ਜਾਂਦੇ ਹਨ। ਹਰ ਜਿਉ ਹਿਰਦਾ ਰੱਖੋ ਔਰ ਧਾਰੇ। ਇਸ ਲਈ ਕਹਿੰਦੇ ਹਰੀ ਪ੍ਰਮਾਤਮਾ ਨੂੰ ਹਿਰਦੇ 'ਚ ਧਾਰਨ ਕਰਕੇ ਰੱਖੋ ਜੀ। ਗੁਰ ਕਾ ਸ਼ਬਦ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏਦਾ। ਇਉਂ ਕਹਿੰਦੇ ਗੁਰੂ ਦੇ ਸ਼ਬਦ ਨੂੰ ਸਲਾਹ ਕੇ, ਵਿਚਾਰ ਕੇ ਸੱਚੇ ਨਾਲ ਮਿਲਾਪ ਹੁੰਦਾ ਹੈ ਤੇ ਸੁਖ ਪਾਏਦਾ। ਅਧਿਆਤਮਕ ਸੁਖ, ਲੋਕ ਪਰਲੋਕ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਪਵਿੱਤਰ ਰਸਨਾ ਤੋਂ ਮਾਰੂ ਰਾਗ ਅੰਦਰ ਉਚਾਰਨ ਕੀਤਾ ਹੋਇਆ ਇਹ ਸ਼ਬਦ, ਜਿਸ ਦੇ 8 ਪਦੇ ਆਪਾਂ ਸਰਵਣ ਕੀਤੇ ਨੇ, ਜਿਸ ਵਿੱਚ ਮੁੱਖ ਰੂਪ ਵਿੱਚ ਮਹਾਰਾਜ ਜੀਆਂ ਨੇ
ਆਪਾਂ ਨੂੰ ਸਿਰਫ ਤੇ ਸਿਰਫ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਸ਼ੁਭ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਚਰਨਾਂ 'ਚ ਬੈਠ ਕੇ ਜੋ ਪੜ੍ਹਿਆ ਸੁਣਿਆ, ਪੜ੍ਹੀ ਸੁਣੀ ਵਿਚਾਰ ਹਿਰਦੇ ਵਸੇ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਫਤਿਹ ਬੁਲਾਈਏ ਜੀ। ਹਉਮੈ ਗਣਤ ਗੁਰ ਸ਼ਬਦ ਨਿਵਾਰੇ, ਹਰ ਜਿਉ ਹਿਰਦੈ ਰਖੋ ਔਰ ਤਾਰੇ। ਗੁਰ ਕੈ ਸ਼ਬਦ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।